Good morning, students. I am Renu Kamal, Science Mistress, Government Senior Secondary Smart School, ਲੰਬਾ ਪਿੰਡ ਡਿਸਟ੍ਰਿਕਟ ਜਲੰਧਰ। ਬੱਚੇ ਅੱਜ ਜਿਹੜਾ ਅਸੀਂ ਲੈਸਨ ਕਰਨ ਜਾ ਰਹੇ ਹਾਂ ਉਹ ਹੈ ਕਲਾਸ 7ਵੀਂ ਦਾ ਲੈਸਨ ਹੈ ਹੀਟ, ਤਾਪ ਬਾਰੇ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ। Students, we see number of objects around us. Some of them are hot and some of them are cold. ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਕਈ ਵਸਤੂਆਂ ਦੇ ਸੰਪਰਕ ਵਿੱਚ ਆਉਂਦੇ ਹਾਂ, ਜਿਨ੍ਹਾਂ ਵਿੱਚੋਂ ਕੁਝ ਗਰਮ ਹੁੰਦੀਆਂ ਹਨ ਅਤੇ ਕੁਝ ਠੰਡੀਆਂ ਹੁੰਦੀਆਂ ਹਨ। ਜਿਵੇਂ ਬੱਚੇ ਤੁਸੀਂ ਦੱਸ ਸਕਦੇ ਹੋ ਕਿਹੜੇ ਹੌਟ ਆਬਜੈਕਟਸ ਜਾਂ ਕਿਹੜੀਆਂ ਗਰਮ ਵਸਤੂਆਂ ਹੁੰਦੀਆਂ ਹਨ। ਜਿਵੇਂ ਕੌਫੀ ਗਰਮ ਪੀਂਦੇ ਹਾਂ, ਸੂਪ ਜਿਹੜਾ ਹੈ ਉਹ ਗਰਮ ਪੀਂਦੇ ਹਾਂ, ਠੀਕ ਹੈ। ਔਰ ਸਰਦੀਆਂ ਵਿੱਚ ਕੱਪੜੇ ਕਿਹੜੇ ਪਾਉਂਦੇ ਹਾਂ ਆਪਾਂ, ਗਰਮ ਕੱਪੜੇ ਪਾਉਂਦੇ ਹਾਂ, ਯਾਨੀ ਵੂਲਨ ਕਲੋਥਸ ਪਾਉਂਦੇ ਹਾਂ। ਅਤੇ ਕੋਲਡ ਆਬਜੈਕਟਸ ਯਾਨੀ ਠੰਡੀਆਂ ਵਸਤੂਆਂ ਕਿਹੜੀਆਂ ਹੁੰਦੀਆਂ ਹਨ, ਜਿਵੇਂ ਕੋਲਡ ਕੌਫੀ, ਆਈਸ ਕ੍ਰੀਮ, ਹੈ ਨਾ, ਬਰਫ਼, ਫਰਿੱਜ ਜਿਹੜਾ ਹੈਗਾ ਉਹਦੇ ਵਿੱਚ ਬਰਫ਼ ਜੰਮੀ ਹੁੰਦੀ ਹੈ, ਉਹ ਵੀ ਠੰਡੀ ਹੁੰਦੀ ਆ। ਔਰ ਆਪਾਂ ਜਿਹੜੇ ਗਰਮੀਆਂ 'ਚ ਕੱਪੜੇ ਪਾਉਂਦੇ ਹਾਂ ਉਹ ਕਿਹੜੇ ਠੰਡੇ ਕੱਪੜੇ ਪਾਉਂਦੇ ਹਾਂ ਨਾ, ਜਿਹੜੇ ਸੂਤੀ ਕੱਪੜੇ ਹੁੰਦੇ ਹਨ। ਯਾਨੀ ਸਾਨੂੰ ਇਹ ਪਤਾ ਹੈ ਕਿ ਕਿਹੜੀਆਂ ਗਰਮ ਵਸਤੂਆਂ ਹੁੰਦੀਆਂ ਹਨ ਅਤੇ ਕਿਹੜੀਆਂ ਠੰਡੀਆਂ ਵਸਤੂਆਂ ਹੁੰਦੀਆਂ ਹਨ। ਸਟੂਡੈਂਟਸ, ਬੱਚੇ ਇਸ ਤਸਵੀਰ 'ਚ ਜਿਹੜੀ ਪਿਕਚਰ ਹੈ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਨ ਹੈ, ਗਰਮ ਹੁੰਦਾ ਹੈ, ਠੀਕ ਹੈ। ਔਰ ਉਹ ਕੋਲਡ ਵਾਟਰ ਹੈ ਪਿਆ ਹੋਇਆ, ਸੂਪ ਪਾਇਆ ਹੋਇਆ ਉਹ ਗਰਮ ਹੈ। ਯਾਨੀ ਇਹਦੇ 'ਚੋਂ ਦੇਖ ਕੇ ਉਹ ਆਈਸਕ੍ਰੀਮ ਹੈ ਨਾ, ਟੂਟੀ ਫੁੱਟੀ, ਅਤੇ ਇਹਦੇ ਤੋਂ ਪਤਾ ਲੱਗਦਾ ਹੈ ਵੀ ਕਿਹੜੀਆਂ ਚੀਜ਼ਾਂ ਗਰਮ ਹੈ ਅਤੇ ਕਿਹੜੀਆਂ ਠੰਡੀਆਂ ਹੈ। ਇਹ ਤਾਪਮਾਨ ਮਾਪਣ ਵਾਲਾ ਵੀ ਯੰਤਰ ਦੱਸਿਆ ਹੋਇਆ ਉਹਨਾਂ ਨੇ। ਸੋ hot and cold objects we know very well. Students, ਸਾਨੂੰ ਬੱਚੇ ਸਾਰਿਆਂ ਨੂੰ ਪਤਾ ਹੀ ਆ ਕਿ ਆਪਣੇ ਕੋਲ ਕਿੰਨੇ ਸੈਂਸ ਔਰਗਨਸ ਹੈ, 5 ਸੈਂਸ ਔਰਗਨਸ ਹੈ। ਕਿਹੜੇ ਹੁੰਦੇ ਹੈ, ਈਅਰ, ਆਈਜ਼, ਨੋਜ਼, ਟੰਗ ਔਰ ਸਕਿਨ, ਠੀਕ ਹੈ। ਇਹ 5 ਸੈਂਸ ਔਰਗਨ ਹੁੰਦੇ ਆ। ਔਰ ਸੈਂਸ ਔਰਗਨਸ ਨਾਲ ਸਾਨੂੰ ਇਹ ਛੂਹਣ ਇੰਦਰੀਆਂ ਹੁੰਦੀਆਂ ਹਨ ਜਿਨ੍ਹਾਂ ਤੋਂ ਅਸੀਂ ਗਰਮੀ ਜਾਂ ਠੰਡੀ ਮਹਿਸੂਸ ਕਰ ਸਕਦੇ ਹਾਂ, ਠੀਕ ਹੈ। We often decide by our sense of touch as to which one is hotter object than the other. यानी आम तौर ते छूहण इंद्री द्वारा ठंड ਜਾਂ ਗਰਮੀ ਮਹਿਸੂਸ ਕੀਤੀ ਜਾਂਦੀ ਹੈ। Yes students, do you think our sense of touch is reliable? ਕੀ ਤੁਸੀਂ ਦੱਸ ਸਕਦੇ ਹੋ ਕਿ ਸਾਡੀ ਛੂਹਣ ਇੰਦਰੀਆਂ ਵਿਸ਼ਵਾਸਯੋਗ ਹਨ? ਯਾਨੀ ਛੂਹ ਕੇ ਹੀ ਜਿਹੜਾ ਅਸੀਂ ਬੋਲ ਰਹੇ ਹਾਂ, ਸਾਡਾ ਸੈਂਸ ਜਿਹੜੇ ਔਰਗਨਸ ਦੱਸ ਰਹੇ ਹੈ ਕਿ ਉਹ ਹਮੇਸ਼ਾ ਸਹੀ ਹੁੰਦਾ ਹੈ। ਇਸ ਨੂੰ ਪ੍ਰੂਫ ਕਰਨ ਲਈ ਵੀ ਵਿਲ ਡੂ ਐਨ ਐਕਸਪੈਰੀਮੈਂਟ, ਠੀਕ ਹੈ। ਇਹਨੂੰ ਸਿੱਧ ਕਰਨ ਲਈ ਕਿ ਸੈਂਸ ਔਰਗਨਸ ਜਿਹੜੇ ਹੈਗੇ ਆ ਜਾਂ ਸੈਂਸ ਜਿਹੜੀਆਂ ਸਾਡੀਆਂ ਹੈ ਉਹ ਸਹੀ ਹਮੇਸ਼ਾ ਹੁੰਦੀਆਂ ਹਨ ਕਿ ਗਲਤ ਵੀ ਹੋ ਸਕਦੀਆਂ ਹਨ। ਇਹਦੇ ਲਈ ਆਪਾਂ ਹੁਣ ਕੀ ਕਰਾਂਗੇ, ਇੱਕ ਐਕਸਪੈਰੀਮੈਂਟ ਕਰਕੇ ਦੇਖਾਂਗੇ। ਇਹ ਬੱਚਿਓ ਐਕਸਪੈਰੀਮੈਂਟ ਤੁਸੀਂ ਘਰ ਵਿੱਚ ਵੀ ਕਰਕੇ ਦੇਖੋਗੇ, ਠੀਕ ਹੈ। ਔਰ ਆਪਣਾ ਜਿਹੜਾ ਮਹਿਸੂਸ ਹੁੰਦਾ ਹੈ ਤੁਹਾਨੂੰ, ਤੁਹਾਡੀ ਸੈਂਸ ਔਰਗਨਸ ਜਿਹੜੇ ਹੈ ਉਹ ਤੁਹਾਨੂੰ ਕੀ ਦੱਸਦੇ ਹੈ ਉਹ ਤੁਸੀਂ ਕੋਸ਼ਿਸ਼ ਕਰਨੀ ਹੈ ਸਮਝਣ ਦੀ। ਬੱਚੇ ਇਸ ਐਕਸਪੈਰੀਮੈਂਟ ਨੂੰ ਕਰਨ ਲਈ ਆਪਾਂ 3 ਜਾਰ ਲੈਣੇ ਹੈ, ਠੀਕ ਹੈ। ਬੀਕਰ 3 ਲੈ ਲਓ, ਚਾਹੇ ਘਰ 'ਚ ਹੋ ਤਾਂ 3 ਬਰਤਨ ਲੈ ਲਓ। ਉਹਨਾਂ ਨੂੰ A, B ਅਤੇ C ਨਾਮ ਦੇ ਦੇਣੇ ਹੈ। ਹੁਣ A ਵਾਲਾ ਜਿਹੜਾ ਬੀਕਰ ਹੈ ਉਹਦੇ ਵਿੱਚ ਆਪਾਂ ਪਾਉਣਾ ਹੈ ਠੰਡਾ ਪਾਣੀ, ਯਾਨੀ ਫਰਿੱਜ ਵਾਲਾ ਪਾਣੀ, ਬਰਫ਼ ਵਾਲਾ ਪਾਣੀ ਜਿਹੜਾ ਠੰਡਾ ਹੋਏਗਾ। ਦੂਸਰਾ ਜਿਹੜਾ ਹੈ ਬੀਕਰ ਉਹਦੇ ਵਿੱਚ ਆਪਾਂ ਪਾਉਣਾ ਹੈ ਗਰਮ ਪਾਣੀ ਮਤਲਬ ਇੰਨਾ ਕੁ ਗਰਮ ਕਿ ਸਾਡਾ ਹੱਥ ਜਿਹੜਾ ਹੈ ਉਹਦੇ ਵਿੱਚ ਆਰਾਮ ਨਾਲ ਡੁੱਬ ਸਕੇ, ਬਹੁਤ ਉਬਲਦਾ ਪਾਣੀ ਵੀ ਨਹੀਂ ਹੋਣਾ ਚਾਹੀਦਾ। ਔਰ ਤੀਸਰਾ ਜਿਹੜਾ ਬੀਕਰ ਹੈ ਉਹਦੇ ਵਿੱਚ ਆਪਾਂ ਲੈਣਾ ਹੈ ਠੰਡਾ ਗਰਮ ਮਿਲਿਆ ਪਾਣੀ, ਮਤਲਬ ਕੋਸਾ ਪਾਣੀ, ਯਾਨੀ ਲਿਊਕ ਵਾਰਮ ਵਾਟਰ, ਠੀਕ ਹੈ। ਸੋ ਆਪਾਂ ਕੀ ਕਰਨਾ ਹੈ ਹੁਣ, ਆਪਣਾ ਰਾਈਟ ਹੈਂਡ ਜਿਹੜਾ ਹੈ ਉਹ A ਬੀਕਰ ਦੇ ਵਿੱਚ ਪਾਉਣਾ ਹੈ ਜਿਹਦੇ ਵਿੱਚ ਕੋਲਡ ਵਾਟਰ ਹੈ, ਔਰ ਜਿਹੜਾ ਸਾਡਾ ਲੈਫਟ ਹੈਂਡ ਹੈ ਉਹ ਅਸੀਂ ਪਾਉਣਾ ਹੈ B ਬੀਕਰ ਦੇ ਵਿੱਚ ਜਿਹਦੇ ਵਿੱਚ ਕੀ ਹੈ ਸਾਡੇ ਕੋਲ ਹੌਟ ਵਾਟਰ। ਅਸੀਂ 2-3 ਮਿੰਟਸ ਲਈ ਇਹ ਆਪਣੇ ਹੈਂਡਸ ਜਿਹੜੇ ਹੈ ਉਹ ਇਹਨਾਂ ਬੀਕਰਸ 'ਚ ਰੱਖਣੇ ਹੈ। ਔਰ 2-3 ਮਿੰਟਸ ਤੋਂ ਬਾਅਦ
ਅਸੀਂ ਕੀ ਕਰਨਾ ਹੈ, ਆਪਣੇ ਦੋਨੋਂ ਹੱਥ ਜਿਹੜੇ ਹੈ ਪਾਣੀ ਚੋਂ ਨਿਕਾਲ ਲੈਣੇ ਹੈ ਤੇ ਫਿਰ ਅਸੀਂ ਆਪਣੇ ਦੋਨੋਂ ਹੱਥ ਜਿਹੜੇ ਹੈ ਠੰਡਾ ਗਰਮ ਪਾਣੀ ਜਿਹੜਾ ਹੈ, ਕੋਸਾ ਪਾਣੀ ਜਿਹੜਾ ਹੈ, ਲਿਊਕ ਵਾਰਮ ਵਾਟਰ ਜਿਹੜਾ ਹੈ ਉਹਦੇ ਵਿੱਚ ਇਕੱਠੇ ਪਾ ਦੇਣੇ ਹੈ। ਹੁਣ ਤੁਹਾਨੂੰ ਕੀ ਓਬਜ਼ਰਵ ਹੁੰਦਾ ਹੈ ਬੱਚੇ, ਇਹ ਤੁਸੀਂ ਦੇਖਣਾ ਹੈ ਕਿ ਤੁਹਾਡੇ ਸੈਂਸ ਜਿਹੜੇ ਹੈ ਉਹ ਕੀ ਦੱਸਦੇ ਹੈ ਕਿ ਕਿਹੜੇ ਹੱਥ ਨੂੰ ਪਾਣੀ ਗਰਮ ਲੱਗੇਗਾ ਤੇ ਕਿਹੜੇ ਹੱਥ ਨੂੰ ਠੰਡਾ ਲੱਗੇਗਾ। ਠੀਕ ਹੈ, ਤੇ ਤੁਸੀਂ ਇਹ ਧਿਆਨ ਨਾਲ ਦੇਖੋਗੇ ਕਿ ਹੋਏਗਾ ਕੀ observation ਹੋਏਗੀ ਤੁਹਾਡੀ। Our right hand feels that water in the beaker is hot and left hand feels cold। ਯਾਨੀ ਸਾਡਾ ਜਿਹੜਾ ਸੱਜਾ ਹੱਥ ਹੈ ਉਸ ਨੂੰ ਪਾਣੀ ਲੱਗੇਗਾ ਗਰਮ ਤੇ ਜਿਹੜਾ ਸਾਡਾ ਹੈ ਖੱਬਾ ਹੱਥ ਉਸ ਨੂੰ ਪਾਣੀ ਲੱਗੇਗਾ ਠੰਡਾ। ਜਦ ਕਿ ਹੈ ਕੀ ਸੀਗਾ, ਪਾਣੀ ਤਾਂ ਲਿਊਕਵਾਰਮ ਸੀ, ਇੱਕੋ ਜਿਹਾ ਹੀ ਸੀਗਾ, ਲੇਕਿਨ ਇੱਕ ਹੱਥ ਕਹਿ ਰਿਹਾ ਹੈ ਕਿ ਗਰਮ ਪਾਣੀ ਹੈ, ਦੂਸਰਾ ਹੱਥ ਜਿਹੜਾ ਮਹਿਸੂਸ ਕਰ ਰਿਹਾ ਹੈ ਕਿ ਉਹ ਠੰਡਾ ਪਾਣੀ ਹੈ। ਯਾਨੀ ਸੈਂਸ ਜਿਹੜੇ ਹੈ, ਔਰਗਨਸ ਜਿਹੜੇ ਹੈ ਉਹ ਸਾਨੂੰ ਕੀ ਗਲਤ ਇਨਫੋਰਮੇਸ਼ਨ ਦੇ ਰਿਹਾ। ਇਹਦਾ ਮਤਲਬ ਰਿਜ਼ਲਟ ਕੀ ਨਿਕਲੇਗਾ ਇਸ ਐਕਸਪੈਰੀਮੈਂਟ ਦਾ ਕਿ ਆਵਰ ਸੈਂਸ ਆਫ ਟੱਚ ਇਜ਼ ਨੋਟ ਰਿਲਾਇਬਲ। ਯਾਨੀ ਸਿੱਟਾ ਇਹ ਹੈ ਕਿ ਸਾਡੀ ਛੂਹਣ ਇੰਦਰੀਆਂ ਵਿਸ਼ਵਾਸਯੋਗ ਨਹੀਂ ਹਨ, ਉਹ ਹਮੇਸ਼ਾ ਸਹੀ ਨਹੀਂ ਦੱਸਣਗੀਆਂ। Yes students, a reliable measure of the hotness of the object is its temperature। ਯਾਨੀ ਕਿਸੇ ਵਸਤੂ ਦੇ ਗਰਮ ਹੋਣ ਦਾ ਵਿਸ਼ਵਾਸਯੋਗ ਮਾਪ ਸੈਂਸ ਔਰਗਨਸ ਨਹੀਂ, ਕੀ ਹੋਣਗੇ, ਉਸ ਦੇ ਤਾਪ ਤੋਂ ਹੀ ਕੀਤਾ ਜਾਂਦਾ ਹੈ ਕਿ ਟੈਂਪਰੇਚਰ ਇਜ਼ ਮੈਜ਼ਰਡ ਬਾਈ ਅ ਡਿਵਾਈਸ ਕਾਲਡ ਥਰਮਾਮੀਟਰ। ਤੇ ਇਹ ਜਿਹੜਾ ਤਾਪ ਮੈਜ਼ਰ ਕਰਨਾ ਹੈ, ਤਾਪਮਾਨ ਮਾਪਣ ਲਈ ਅਸੀਂ ਕਿਹੜਾ ਯੰਤਰ ਯੂਜ਼ ਕਰਦੇ ਹਾਂ, ਥਰਮਾਮੀਟਰ। ਯਾਨੀ ਜੇ ਅਸੀਂ ਕਿਸੇ ਵਸਤੂ ਦੇ ਗਰਮ ਜਾਂ ਠੰਡੇਪਨ ਦਾ ਗਿਆਨ ਕਰਨਾ ਹੈ, ਉਹਦੇ ਬਾਰੇ ਜਾਣਨਾ ਹੈ, ਤਾਂ ਸਾਨੂੰ ਕੀ ਪਤਾ ਹੋਣਾ ਚਾਹੀਦਾ ਹੈ, ਉਸ ਦਾ ਤਾਪ। ਤੇ ਤਾਪ ਮੈਜ਼ਰ ਕਰਨ ਲਈ ਯਾਨੀ ਟੈਂਪਰੇਚਰ ਮੈਜ਼ਰ ਕਰਨ ਲਈ ਜਿਹੜੀ ਡਿਵਾਈਸ ਯੂਜ਼ ਕੀਤੀ ਜਾਂਦੀ ਹੈ ਉਸ ਨੂੰ ਆਪਾਂ ਕੀ ਕਹਿੰਦੇ ਆ, ਥਰਮਾਮੀਟਰ। ਸਟੂਡੈਂਟਸ, ਇਸ ਸਲਾਈਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਦੇयर ਆਰ ਮੈਨੀ ਟਾਈਪਸ ਆਫ ਥਰਮਾਮੀਟਰ, ਸੋ ਮੈਨੀ ਟਾਈਪਸ ਆਫ ਥਰਮਾਮੀਟਰਸ ਆਰ ਦੇयर। ਠੀਕ ਹੈ, ਕੁਝ ਇਨਵਾਇਰਮੈਂਟ ਦੀ ਟੈਂਪਰੇਚਰ ਦਾ ਮੈਜ਼ਰ ਕਰਨ ਵਾਸਤੇ ਹੁੰਦੇ ਆ, ਕੁਝ ਜਿਹੜੇ ਹੈਗੇ ਆ ਬਾਡੀ ਦਾ ਟੈਂਪਰੇਚਰ ਮੈਜ਼ਰ ਕਰਨ ਵਾਲੇ ਹੁੰਦੇ ਆ, ਕੁਝ ਜਿਹੜੇ ਹੈਗੇ ਆ ਇੰਡਸਟਰੀਜ਼ ਦੇ ਵਿੱਚ ਜਿਹੜੀਆਂ ਭੱਠੀਆਂ ਵਗੈਰਾ ਹੁੰਦੀਆਂ ਉਹਨਾਂ ਦਾ ਟੈਂਪਰੇਚਰ ਮੈਜ਼ਰ ਕਰਨ ਵਾਸਤੇ ਹੁੰਦੇ ਆ। ਯਾਨੀ ਡਿਫਰੈਂਟ ਟਾਈਪਸ ਆਫ ਥਰਮਾਮੀਟਰਸ ਆਰ ਅਵੇਲੇਬਲ। ਠੀਕ ਹੈ, ਹੁਣ ਵੀ ਤੁਸੀਂ ਦੇਖੇ ਹੋਣੇ ਆ ਗਨ ਟਾਈਪ ਜਿਹੜੇ ਹੈਗੇ ਆ ਥਰਮਾਮੀਟਰਸ ਵੀ ਹੈਗੇ ਆ ਜਿਨ੍ਹਾਂ 'ਚ ਸੈਂਸਰਸ ਲੱਗੇ ਹੁੰਦੇ ਆ ਔਰ ਉਹ ਬਿਨਾਂ ਟੱਚ ਕੀਤੇ ਬਾਡੀ ਨੂੰ ਟੈਂਪਰੇਚਰ ਨੋਟ ਕਰ ਲੈਂਦੇ ਆ। ਸੋ ਵੀ ਵਿਲ ਡਿਸਕਸ ਟੂਡੇ ਦਾ ਡਿਫਰੈਂਟ ਟਾਈਪਸ ਆਫ ਥਰਮਾਮੀਟਰ ਔਰ ਅਸੀਂ ਉਹ ਦੇਖਾਂਗੇ ਜਿਹੜੇ ਹੁਣ ਤੁਹਾਡੇ ਸਿਲੇਬਸ 'ਚ ਹੈ, ਉਹਨਾਂ ਦੇ ਥਰਮਾਮੀਟਰਸ ਦੇ ਬਾਰੇ ਜਾਣਨ ਦੀ ਹੁਣ ਆਪਾਂ ਕੋਸ਼ਿਸ਼ ਕਰਾਂਗੇ। ਯੈਸ ਸਟੂਡੈਂਟਸ, ਤਾਂ ਤੁਹਾਡੇ ਸਿਲੇਬਸ 'ਚ ਜਿਹੜੇ ਥਰਮਾਮੀਟਰਸ ਹੈਗੇ ਹੈ ਉਹ ਕਿਹੜੇ ਹੈ, ਦੇਰ ਆਰ 2 ਟਾਈਪਸ ਆਫ ਥਰਮਾਮੀਟਰ। ਦੋ ਤਰ੍ਹਾਂ ਦੇ ਥਰਮਾਮੀਟਰ ਜਿਹੜੇ ਵਰਤੇ ਜਾਂਦੇ ਹੈ। ਪਹਿਲਾ ਹੈ ਡਾਕਟਰੀ ਥਰਮਾਮੀਟਰ ਜਾਂ ਕਲੀਨਿਕਲ ਥਰਮਾਮੀਟਰ ਐਂਡ ਸੈਕਿੰਡ ਵਨ ਇਜ਼ ਲੈਬੋਰਟਰੀ ਥਰਮਾਮੀਟਰ ਜਾਂ ਪ੍ਰਯੋਗਸ਼ਾਲਾ ਥਰਮਾਮੀਟਰ। ਜਿਹੜਾ ਨਾਮ ਤੋਂ ਹੀ ਪਤਾ ਲੱਗ ਰਿਹਾ ਬੱਚੇ, ਜਿਹੜਾ ਡਾਕਟਰੀ ਥਰਮਾਮੀਟਰਸ ਹੈਗਾ ਉਹ ਡਾਕਟਰਸ ਯੂਜ਼ ਕਰਦੇ ਹੈ ਜਾਂ ਬਾਡੀ ਦਾ ਟੈਂਪਰੇਚਰ ਮੈਜ਼ਰ ਕਰਨ ਲਈ ਯੂਜ਼ ਕੀਤਾ ਜਾਂਦਾ ਹੈ, ਔਰ ਜਿਹੜਾ ਲੈਬੋਰਟਰੀ ਥਰਮਾਮੀਟਰ ਹੈ ਉਹ ਲੈਬਸ ਦੇ ਵਿੱਚ ਜਾਂ ਪ੍ਰਯੋਗਸ਼ਾਲਾ ਦੇ ਵਿੱਚ ਤਾਪਮਾਨ ਪਤਾ ਕਰਨ ਲਈ, ਟੈਂਪਰੇਚਰ ਪਤਾ ਕਰਨ ਲਈ ਵਰਤਿਆ ਜਾਂਦਾ ਹੈ। ਤੇ ਤੁਸੀਂ ਇਹਨਾਂ ਦੀ ਪਿਕਚਰ ਵੀ ਦੇਖ ਸਕਦੇ ਹੋ ਨੀਚੇ। ਯੈਸ ਸਟੂਡੈਂਟਸ, ਸੀ ਦ ਸਟਰਕਚਰ ਆਫ ਥਰਮਾਮੀਟਰ। ਕਲੀਨਿਕਲ ਥਰਮਾਮੀਟਰ ਜਿਹੜਾ ਹੈ ਉਸ ਦੇ ਇੱਕ ਐਂਡ 'ਤੇ ਕੀ ਹੁੰਦਾ ਹੈ, ਬਲਬ ਹੁੰਦਾ ਹੈ ਔਰ ਉਸ ਬਲਬ ਦੇ ਵਿੱਚ ਮਰਕਰੀ ਹੁੰਦੀ ਹੈ ਔਰ ਇਹ ਲੌਂਗ ਨੈਰੋ ਟਿਊਬ ਹੁੰਦੀ ਹੈ ਜਿਹਦੀ ਸੇਮ ਥਿਕਨੈਸ ਹੁੰਦੀ ਹੈ। ਬਾਡੀ ਦਾ ਨਾਰਮਲ ਟੈਂਪਰੇਚਰ ਜਿਹੜਾ ਹੈ 37 ਡਿਗਰੀ ਸੈਲਸੀਅਸ ਹੁੰਦਾ ਹੈ ਹਿਊਮਨ ਬਾਡੀ ਦਾ, ਐਂਡ ਇਟ ਰੇਂਜਿਸ ਫਰੋਮ this thermometer ranges from 35 degree Celsius to 42 degree Celsius। यानी 35 ਤੋਂ ਸਟਾਰਟ ਹੋ ਕੇ 42 ਤੱਕ ਇਸ ਦੀ ਰੇਂਜ ਹੁੰਦੀ ਹੈ। ਠੀਕ ਹੈ, 35 ਔਰ 42 ਜਿਹੜੇ ਨੰਬਰਸ ਹੈ ਔਰ ਡਿਗਰੀ ਸੈਲਸੀਅਸ ਜਿਹੜਾ ਹੈ ਯੂਨਿਟ ਆਫ ਟੈਂਪਰੇਚਰ ਹੈ। ਸੋ ਦਿਸ ਇਜ਼ ਦ ਸਟਰਕਚਰ ਆਫ ਥਰਮਾਮੀਟਰ ਹੈਵਿੰਗ ਕਿੰਕ।
ਬੱਚੇ ਜਦੋਂ ਹੁਣ ਤੁਸੀਂ ਥਰਮਾਮੀਟਰ ਰੱਖਣ ਦਾ ਸਟਾਈਲ ਕੀ ਹੈ, ਟੰਗ ਦੇ ਉੱਪਰ ਰੱਖਦੇ ਆ, ਇਟ ਐਗਜ਼ੈਕਟਲੀ ਇੰਡੀਕੇਟ ਦਾ ਬੋਡੀ ਟੈਂਪਰੇਚਰ। ਹੁਣ ਦੇਖੋ, ਇਟ ਰੀਡਿੰਗ ਡਜ਼ ਨਾਟ ਚੇਂਜ ਔਨ ਰਿਮੂਵਿੰਗ ਦਾ ਥਰਮਾਮੀਟਰ ਫਰੋਮ ਦਾ ਮਾਊਥ। ਇਹ ਤੁਸੀਂ ਹਮੇਸ਼ਾ ਨੋਟਿਸ ਕੀਤਾ ਹੋਏਗਾ। ਕਿਉਂ ਨਹੀਂ ਗਿਰਦਾ? ਕਿਉਂਕਿ ਇੱਥੇ ਕੀ ਹੁੰਦੀ ਹੈ, ਕਿੰਕ ਹੁੰਦੀ ਹੈ, ਕੰਸਟ੍ਰਿਕਸ਼ਨ ਹੁੰਦੀ ਹੈ, ਜਿਹੜੀ ਮਰਕਰੀ ਨੂੰ ਬੈਕ ਫਲੋ ਨਹੀਂ ਕਰਦੀ, ਨੀਚੇ ਨਹੀਂ ਆਉਣ ਦਿੰਦੀ। ਮਰਕਰੀ ਕਾਲਮ ਜਿਹੜਾ ਹੈ ਬ੍ਰੇਕ ਹੋ ਜਾਂਦਾ ਹੈ ਇਸ ਕਿੰਕ ਕਰਕੇ, ਔਰ ਉਹ ਸਟੇਸ਼ਨਰੀ ਰਹਿੰਦਾ ਹੈ ਟਿਊਬ ਦੇ ਵਿੱਚ। ਲੇਕਿਨ ਜਦੋਂ ਇਹ ਚੀਜ਼ ਜਿਹੜੀ ਹੈਗੀ ਹੈ ਉਹ ਲੈਬੋਰਟਰੀ ਥਰਮਾਮੀਟਰ ਵਿੱਚ ਨਹੀਂ ਹੁੰਦੀ। ਅਤੇ ਜੇ ਅਸੀਂ ਨੋਰਮਲ ਕਰਨਾ ਹੋਵੇ ਤਾਂ ਸਾਨੂੰ ਕੀ ਕਰਨਾ ਪੈਂਦਾ ਹੈ, ਉਹਨੂੰ ਥੋੜ੍ਹਾ ਜਿਹਾ ਝਾੜਨਾ ਪੈਂਦਾ ਹੈ। Yes students, to read a thermometer correctly, we should know its least count. That is how much a thermometer reads for a small division on it. यानी थर्मामीटर द्वारा दर्शाए गए ताप ਨੂੰ ठीक पढ़न ਲਈ ਤਾਪ ਦੇ ਛੋਟੇ ਤੋਂ ਛੋਟੇ ਮਾਪ ਦੇ ਮੁੱਲ ਦਾ ਪਤਾ ਹੋਣਾ ਜ਼ਰੂਰੀ ਹੈ। ਯਾਨੀ ਤੁਹਾਨੂੰ ਥਰਮਾਮੀਟਰ 'ਤੇ ਰੀਡਿੰਗ ਲੈਣੀ ਜਿਹੜੀ ਹੈ ਉਹ ਆਉਣੀ ਚਾਹੀਦੀ ਹੈ। ਕਿਵੇਂ ਰੀਡਿੰਗ ਲਈਦੀ ਹੈ, ਉਹਦੇ ਛੋਟੇ ਤੋਂ ਛੋਟਾ ਜਿਹੜਾ ਮੁੱਲ ਹੈ ਕਿੰਨਾ ਹੈ, ਯਾਨੀ ਲੀਸਟ ਕਾਊਂਟ ਪਤਾ ਹੋਣਾ ਚਾਹੀਦਾ। ਐਂਡ ਸੈਕਿੰਡ ਥਿੰਗ ਜਿਹੜੀ ਹੈ, ਆਲਵੇਜ਼ ਰੀਡ ਅ ਥਰਮਾਮੀਟਰ ਵੈਨ ਇਟਸ ਮਰਕਰੀ ਲੈਵਲ ਔਰ ਮਰਕਰੀ ਥ੍ਰੈਡ ਬਿਕਮਸ ਸਟੱਡੀ। ਯਾਨੀ ਥਰਮਾਮੀਟਰ ਦੀ ਰੀਡਿੰਗ ਉਦੋਂ ਹੀ ਲੈਣੀ ਚਾਹੀਦੀ ਹੈ ਜਦੋਂ ਪਾਰੇ ਦੀ ਸਤਹ ਸਥਿਰ ਹੋ ਜਾਵੇ, ਯਾਨੀ ਜਦੋਂ ਉਹ ਪਾਰਾ ਜਿਹੜਾ ਹੈਗਾ ਜਿੰਨਾ ਉਹਨੇ ਹੀਟ ਹੋ ਕੇ ਉੱਪਰ ਜਾਣਾ ਸੀਗਾ ਉਹਨਾਂ ਕੈਪਿਲਰੀ ਟਿਊਬ 'ਚ ਚੜ ਜਾਵੇ। ਜੇ ਹੁਣ ਆਪਾਂ ਲੀਸਟ ਕਾਊਂਟ ਕੱਢਣਾ ਸਿੱਖਦੇ ਹਾਂ। ਜੇ 10 ਡਿਵੀਜ਼ਨਸ ਹੈਗੀਆਂ, ਠੀਕ ਹੈ, ਉਹ 10 ਡਿਵੀਜ਼ਨਸ ਜਿਹੜੀਆਂ ਹੈਗੀਆਂ ਅਤੇ ਉਹ ਹੋਣਗੀਆਂ 1/10 ਇਜ਼ ਇਕੁਅਲ ਟੂ 0.1 ਡਿਗਰੀ ਸੈਲਸੀਅਸ। ਇਫ ਦੇਅਰ ਆਰ 5 ਡਿਵੀਜ਼ਨਸ ਅਤੇ 1/5 ਇਜ਼ ਇਕੁਅਲ ਟੂ 0.2 ਡਿਗਰੀ ਸੈਲਸੀਅਸ। ਸਮੋਲ ਸਕੇਲ ਜਿਹੜੇ 0.2 ਡਿਗਰੀ ਸੈਲਸੀਅਸ ਹੋਏਗੀ। ਹੁਣ ਬੱਚੇ ਆਪਾਂ ਕੁਐਸਚਨ ਦੇਖਾਂਗੇ ਜੋ ਅਸੀਂ ਸਿੱਖਿਆ ਆ ਉਹਦੇ ਨਾਲ ਰਿਲੇਟਿਡ ਹੀ ਕੁਐਸਚਨ ਹੈ। ਸਟੇਟ ਸਿਮਿਲੈਰਿਟੀਜ਼ ਐਂਡ ਡਿਫਰੈਂਸਿਸ ਬਿਟਵੀਨ ਦਾ ਲੈਬੋਰਟਰੀ ਥਰਮਾਮੀਟਰ ਐਂਡ ਦਾ ਕਲੀਨਿਕਲ ਥਰਮਾਮੀਟਰ। ਪ੍ਰਯੋਗਸ਼ਾਲਾ ਥਰਮਾਮੀਟਰ ਅਤੇ ਡਾਕਟਰੀ ਥਰਮਾ ਵਿੱਚ ਕੀ ਸਮਾਨਤਾਵਾਂ ਹਨ ਅਤੇ ਅਸਮਾਨਤਾਵਾਂ ਹਨ, ਉਹਦੇ ਬਾਰੇ ਹੁਣ ਅਸੀਂ ਸਮਝਣਾ ਹੈ ਅਤੇ ਦੱਸਣ ਦੀ ਕੋਸ਼ਿਸ਼ ਕਰਨੀ ਹੈ। ਬਹੁਤ ਕੁਝ ਤੁਹਾਨੂੰ ਪਤਾ ਵੀ ਹੋਏਗਾ ਹੁਣ, ਕਿਉਂਕਿ ਆਪਾਂ ਕਿੰਨਾ ਕੁਝ ਡਿਸਕਸ ਕਰ ਚੁੱਕੇ ਹਾਂ। ਸਭ ਤੋਂ ਪਹਿਲੇ ਬੱਚੇ ਆਪਾਂ ਕਰਾਂਗੇ ਸਮਾਨਤਾਵਾਂ ਡਿਸਕਸ ਕਰਦੇ ਹਾਂ ਕਿ ਸਿਮਿਲੈਰਿਟੀਜ਼ ਕੀ ਹੁੰਦੀਆਂ ਹਨ ਲੈਬੋਰਟਰੀ ਥਰਮਾਮੀਟਰ ਅਤੇ ਕਲੀਨਿਕਲ ਥਰਮਾਮੀਟਰ 'ਚ। ਬੱਚੇ ਤੁਸੀਂ ਜਿੱਦਾਂ ਹੁਣ ਪਹਿਲੇ ਹੀ ਦੇਖ ਚੁੱਕੇ ਹੋ ਦੋਨਾਂ ਦੀ ਪਿਕਚਰ, ਠੀਕ ਹੈ, ਉਹਦੇ ਵਿੱਚ ਦਿਖਦਾ ਪਿਆ ਸੀਗਾ ਕਿ ਦੋਨੋਂ ਹੀ ਜਿਹੜੀਆਂ ਹੈਗੀਆਂ ਉਹ ਕਾਹਦੇ ਲਈ ਯੂਜ਼ ਕਰਦੇ ਹਾਂ ਆਪਾਂ, ਟੈਂਪਰੇਚਰ ਮੈਜ਼ਰ ਕਰਨ ਲਈ। ਯਾਨੀ ਬੋਥ ਆਰ ਯੂਜ਼ ਟੂ ਨੋਟ ਦਾ ਟੈਂਪਰੇਚਰ, ਦੋਨਾਂ ਨਾਲ ਤਾਪ ਮਾਪਿਆ ਜਾਂਦਾ ਹੈ। ਇਹ ਸਿਮਿਲੈਰਿਟੀ ਹੋ ਗਈ। ਔਰ ਦੂਸਰੀ ਦੋਨੋਂ ਹੀ ਕੀ ਹੈ, ਬੋਥ ਆਰ ਮੇਡ ਅਪ ਆਫ ਲੌਂਗ ਨੈਰੋ ਯੂਨੀਫਾਰਮ ਗਲਾਸ ਟਿਊਬ ਵਿਦ ਏ ਬਲਬ ਐਟ ਵਨ ਐਂਡ, ਕਿ ਦੋਨਾਂ ਵਿੱਚ ਇੱਕ ਲੰਬੀ ਨਲੀ ਦਾ ਉਪਯੋਗ ਕੀਤਾ ਜਾਂਦਾ ਹੈ ਜਿਸ ਦਾ ਇੱਕ ਸਿਰਾ ਬਲਬ ਦੇ ਰੂਪ ਵਿੱਚ ਹੁੰਦਾ ਹੈ। ਬੱਚੇ ਥਰਡ ਜਿਹੜਾ ਸਿਮਿਲੈਰਿਟੀ ਹੈ ਉਹ ਕੀ ਹੈ ਕਿ ਤੁਸੀਂ ਦੇਖ ਰਹੇ ਹੋ ਡਾਇਗਰਾਮ ਦੇ ਵਿੱਚ ਵੀ ਕਿ ਦੋਨਾਂ ਦੇ ਬਲਬ ਜਿਹੜੇ ਹੈ ਉਹਦੇ ਵਿੱਚ ਇੱਕ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਧਾਤ ਦਾ ਨਾਮ ਕੀ ਹੈ, ਮਰਕਰੀ। ਮਰਕਰੀ ਇਜ਼ ਯੂਜ਼ਡ ਇਨ ਬੋਥ ਥਰਮਾਮੀਟਰ। ਪਾਰੇ ਦਾ ਉਪਯੋਗ ਕੀਤਾ ਜਾਂਦਾ ਹੈ ਦੋਨੋਂ ਥਰਮਾਮੀਟਰ ਦੇ ਵਿੱਚ ਹੀ। ਔਰ ਪਾਰਾ ਸਾਨੂੰ ਪਤਾ ਹੀ ਹੈ ਇੱਕ ਮੈਟਲ ਹੈ ਜਿਹੜੀ ਕੀ ਹੁੰਦੀ ਹੈ, ਲਿਕੁਇਡ ਹੁੰਦੀ ਹੈ ਐਟ ਰੂਮ ਟੈਂਪਰੇਚਰ। ਇਸ ਕਰਕੇ ਜਦੋਂ ਮੂੰਹ 'ਚ ਆਪਾਂ ਥਰਮਾਮੀਟਰ ਦਾ ਬਲਬ ਰੱਖਦੇ ਹਾਂ ਅਤੇ ਉਸ ਟੈਂਪਰੇਚਰ ਨਾਲ ਉਹ ਮੈਲਟ ਹੋ ਜਾਂਦੀ ਹੈ ਔਰ ਉਹ ਕੈਪਿਲਰੀ ਟਿਊਬ 'ਚ ਰਾਈਜ਼ ਹੋਣਾ ਸ਼ੁਰੂ ਹੋ ਜਾਂਦੀ ਹੈ। ਔਰ ਜਿੱਥੇ ਰਾਈਜ਼ ਹੁੰਦੀ ਹੈ ਜਿੱਥੇ ਤੱਕ, ਉੱਥੇ ਤੱਕ ਜਿਹੜਾ ਸਟੇਬਲ ਹੋ ਗਿਆ ਟੈਂਪਰੇਚਰ ਉਹ ਅਸੀਂ ਨੋਟ ਕਰਦੇ ਹਾਂ ਅਤੇ ਓਨਾ ਹੀ ਬਾਡੀ ਦਾ ਟੈਂਪਰੇਚਰ ਹੁੰਦਾ ਹੈ। ਔਰ ਇਸੇ ਤਰ੍ਹਾਂ ਜਿਹੜਾ ਕਲੀਨਿਕਲ ਲੈਬੋਰਟਰੀ ਥਰਮਾਮੀਟਰ ਹੈ ਉਸ ਨੂੰ ਕਿਸੇ ਲਿਕੁਇਡ ਦੇ ਵਿੱਚ ਪਾਉਂਦੇ ਹਾਂ ਤਾਂ ਉਹਦੇ ਵਿੱਚ ਉਹ ਪਾਰਾ ਜਿਹੜਾ ਹੈ ਉਹ ਰਾਈਜ਼ ਕਰਦਾ ਆ, ਜਿੱਥੇ ਤੱਕ ਸਟੇਸ਼ਨਰੀ ਹੋ ਜਾਂਦਾ ਹੈ ਓਨਾ ਟੈਂਪਰੇਚਰ ਹੁੰਦਾ ਹੈ ਉਸ ਲਿਕੁਇਡ ਦਾ ਜਾਂ ਉਸ ਵਸਤੂ ਦਾ। ਬੋਥ ਆਰ ਮਾਰਕਡ ਇਨ ਸੈਲਸੀਅਸ ਸਕੇਲ। ਔਰ ਦੋਨਾਂ ਹੀ ਜਿਹੜੇ ਥਰਮਾਮੀਟਰ ਹੈ, ਚਾਹੇ ਕਲੀਨਿਕਲ ਥਰਮਾਮੀਟਰ ਹੈ ਚਾਹੇ ਲੈਬੋਰਟਰੀ ਥਰਮਾਮੀਟਰ, ਦੋਨਾਂ ਦੇ ਵਿੱਚ ਸੈਲਸੀਅਸ ਸਕੇਲ ਦੀ ਵਰਤੋਂ ਕੀਤੀ
ਜਾਂਦੀ ਹੈ। ਹੁਣ ਬੱਚੇ ਆਪਾਂ ਕਰਾਂਗੇ ਡਿਫਰੈਂਸਿਸ ਦੋਨਾਂ ਦੇ ਵਿੱਚ, ਕਲੀਨਿਕਲ ਥਰਮਾਮੀਟਰ ਔਰ ਲੈਬੋਰਟਰੀ ਥਰਮਾਮੀਟਰ ਦੇ ਵਿੱਚ ਕੀ ਅੰਤਰ ਹੈ। ਲੈਬੋਰਟਰੀ ਥਰਮਾਮੀਟਰਸ ਆਰ ਲਾਰਜਰ ਐਂਡ ਬ੍ਰॉडर ਇਨ ਸਾਈਜ਼ ਐਜ਼ ਕੰਪੇਅਰ ਟੂ ਕਲੀਨਿਕਲ ਥਰਮਾਮੀਟਰ। ਯਾਨੀ ਜਿਹੜੇ ਪ੍ਰਯੋਗਸ਼ਾਲਾ ਥਰਮਾਮੀਟਰ ਹੈ ਉਹ ਡਾਕਟਰੀ ਥਰਮਾਮੀਟਰ ਦੀ ਤੁਲਨਾ ਵਿੱਚ ਵੱਡੇ ਵੀ ਹੁੰਦੇ ਆ ਅਤੇ ਚੌੜੇ ਵੀ ਹੁੰਦੇ ਹਨ। ਸੈਕਿੰਡ ਡਿਫਰੈਂਸ ਕੀ ਹੈ ਬੱਚੇ कि laboratory thermometers are used to note the temperature of different objects in different states, while clinical thermometers are used only to note the temperature of human beings। यानी ਪ੍ਰਯੋਗਸ਼ਾਲਾ ਥਰਮਾਮੀਟਰ ਨਾਲ ਅਸੀਂ ਵਿਭਿੰਨ ਵਸਤੂਆਂ ਦਾ ਭਿੰਨ ਅਵਸਥਾਵਾਂ ਵਿੱਚ ਤਾਪ ਮਾਪਦੇ ਹਾਂ, ਜਦਕਿ ਡਾਕਟਰੀ ਥਰਮਾਮੀਟਰ ਜਿਹੜਾ ਹੈ ਉਹ ਮਨੁੱਖੀ ਸਰੀਰ ਦਾ ਤਾਪ ਮਾਪਣ ਲਈ ਵਰਤਿਆ ਜਾਂਦਾ ਹੈ। ਯਾਨੀ ਇਹ ਡਿਫਰੈਂਸ ਹੋ ਗਿਆ ਦੋਨਾਂ ਦੇ ਵਿੱਚ ਕਿ ਉਹ ਹਿਊਮਨ ਬਾਡੀ ਦਾ ਟੈਂਪਰੇਚਰ ਨੋਟ ਕਰਨ ਲਈ ਅਸੀਂ ਕਲੀਨਿਕਲ ਥਰਮਾਮੀਟਰ ਦੀ ਵਰਤੋਂ ਕਰਦੇ ਹਾਂ ਔਰ ਲੈਬੋਰਟਰੀ ਥਰਮਾਮੀਟਰ ਨਾਲ ਡਿਫਰੈਂਟ ਆਬਜੈਕਟਸ ਦਾ ਟੈਂਪਰੇਚਰ ਨੋਟ ਕਰਨ ਲਈ ਵਰਤਦੇ ਹਾਂ। ਨੈਕਸਟ ਡਿਫਰੈਂਸ ਜਿਹੜਾ ਬੱਚੇ ਕੀ ਹੈ ਲੈਬੋਰਟਰੀ ਥਰਮਾਮੀਟਰ ਔਰ ਕਲੀਨਿਕਲ ਥਰਮਾਮੀਟਰ ਦੇ ਵਿੱਚ ਕਿ ਲੈਬੋਰਟਰੀ ਥਰਮਾਮੀਟਰਸ ਆਰ ਮਾਰਕਡ ਫਰੋਮ -10 डिग्री सेल्सियस टू 110 डिग्री सेल्सियस। यानी ਜਿਹੜੇ ਲੈਬੋਰਟਰੀ ਥਰਮਾਮੀਟਰ ਹੈ ਉਹਨਾਂ ਦੀ ਰੇਂਜ ਕਿੰਨੀ ਹੁੰਦੀ ਹੈ -10 ਡਿਗਰੀ ਸੈਲਸੀਅਸ ਤੋਂ ਲੈ ਕੇ 110 ਡਿਗਰੀ ਸੈਲਸੀਅਸ। ਔਰ ਜਿਹੜਾ ਕਲੀਨਿਕਲ ਥਰਮਾਮੀਟਰ ਹੈ that is marked between 35 डिग्री सेल्सियस टू 42 डिग्री सेल्सियस। यानी डॉक्टरी थर्मामीटर की जी रेंज होंगी है वो होंगी है 35 डिग्री सैल्सीयस तो 42 डिग्री सैल्सीयस। यानी ये उन्हां च डिफरेंस है दोनों दे विच, क्लीनिकल थर्मामीटर एंड लैबोरेटरी थर्मामीटर दे विच। सो बच्चे देखो लैबोरेटरी थर्मामीटर और क्लीनिकल थर्मामीटर जिहड़े हैगे आ दोनों दे विच डिफरेंसिस आपां कर रहे सीगे। ते पहला आपां डिफरेंस की कीता सीगा, देखो वो लंबा है ज़्यादा, ठीक है, लैबोरेटरी थर्मामीटर और क्लीनिकल थर्मामीटर जिहड़ा हैगा वो स्मॉल है, ठीक है। दोनों दे विच मरकरी सीगा यूज़ किया, लेकिन जिहड़ा लैबोरेटरी थर्मामीटर है वो और क्लीनिकल थर्मामीटर दोनों दे विच एक अंतर देखो नज़र आ रहा है, वो काहदा है किंक कि कंस्ट्रिक्शन है उहदे विच क्लीनिकल थर्मामीटर दे विच, जिहड़ी कंस्ट्रिक्शन जिहड़ी है लैबोरेटरी थर्मामीटर दे विच नहीं पाई जाती। हुण ये आपां पहले समझा चुके हैं कि किंक दा काम की है कि ये लैवल जिहड़ा है मरकरी दा उहनूं डाउन नहीं होण दिंदी, जदों वो टच नहीं हुंदी बॉडी ते उहदे बाद भी उसका टैंपरेचर जिहड़ा है असीं माप सकते हाँ। Yes, while noting reading of thermometer, the laboratory thermometer has to be in touch with the object whose temperature is to be noted। यानी जदों लैबोरेटरी थर्मामीटर जिहड़ा हैगा उहदी रीडिंग आपां नोट करते हैं, प्रयोगशाला थर्मामीटर की रीडिंग नोट करते हैं, तां कदों नोट करते हैं जदों वो सबजैक्ट दे विच वस्तु के संपर्क विच ही होवे। यानी जिद्दां असीं जे पानी का टैंपरेचर नोट करना है तो थर्मामीटर जिहड़ा पानी दे विच ही डुब्बिया होना चाहिए। जे असी बाहर निकाल के रीडिंग नोट करांगे तो एग्जैक्ट रीडिंग नहीं आएगी, क्योंकि पानी चों बाहर कड्डण ते वो पारा जिहड़ा हैगा वो नीचे चला जाएगा और रीडिंग जिहड़ी है डिफरेंट हो जाएगी। यानी जे आपां लैबोरेटरी थर्मामीटर च टैंपरेचर नोट करना है तो की होना चाहिए आ, थर्मामीटर जिहड़ा है वो टच विद द ऑब्जैक्ट होना चाहिए, यानी वस्तु दे नाल उसका संपर्क होना जरूरी है। नहीं होएगा संपर्क दे विच ते वो गलत रीडिंग देगा। जबकि जिहड़ा क्लीनिकल थर्मामीटर है तुसीं नोट किया होना, जदों डॉक्टर जिहड़ा हैगा नोट करता है थर्मामीटर, पहले जिहड़ा है जीभ थल्ले रख दिंदे आ पेशेंट दे या बगल दे विच रख दिंदे आ, बाद दे विच उहनूं बाहर अपने हैंड दे विच बॉडी दे टच तो बाहर यानी आउटसाइड द बॉडी उहनूं लैके अपने हैंड दे विच फिर उहदे विच देखदे आ कि कितना टैंपरेचर है, रीडिंग की आई है। यानी
ਜਿਹੜਾ ਕਲੀਨਿਕਲ ਥਰਮਾਮੀਟਰ ਹੈ ਉਸ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਉਹ ਬਾਡੀ ਦੇ ਸੰਪਰਕ ਵਿੱਚ ਹੋਵੇ, ਯਾਨੀ ਮਨੁੱਖੀ ਸਰੀਰ ਤੋਂ ਬਾਹਰ ਵੀ ਉਸ ਦਾ ਟੈਂਪਰੇਚਰ ਜਿਹੜਾ ਹੈ ਨੋਟ ਕੀਤਾ ਜਾ ਸਕਦਾ ਹੈ। ਇਸ ਦਾ ਕਾਰਨ ਕੀ ਹੈ ਇਹ ਅਸੀਂ ਨੈਕਸਟ ਪੁਆਇੰਟ ਦੇ ਵਿੱਚ ਡਿਸਕਸ ਕਰਾਂਗੇ, ਔਰ ਅਸੀਂ ਪਹਿਲੇ ਵੀ ਦੱਸ ਚੁੱਕੇ ਹਾਂ ਇਸ ਬਾਰੇ ਕਿ ਕਿਉਂ ਇੱਦਾਂ ਹੁੰਦਾ ਹੈ, ਕਿਉਂਕਿ ਉੱਥੇ ਕੀ ਹੁੰਦੀ ਹੈ, ਕਿੰਕ ਪ੍ਰੈਜ਼ੈਂਟ ਹੁੰਦੀ ਹੈ। ਫਿਫਥ ਡਿਫਰੈਂਸ ਜਿਹੜਾ ਹੈਗਾ ਲੈਬੋਰਟਰੀ ਥਰਮਾਮੀਟਰ ਔਰ ਕਲੀਨਿਕਲ ਥਰਮਾਮੀਟਰ ਦੇ ਵਿੱਚ, ਦੇਅਰ ਇਜ਼ ਨੋ ਕਿੰਕ ਇਨ ਲੈਬੋਰਟਰੀ ਥਰਮਾਮੀਟਰ, ਯਾਨੀ ਪ੍ਰਯੋਗਸ਼ਾਲਾ ਥਰਮਾਮੀਟਰ ਵਿੱਚ ਮੋੜ ਨਹੀਂ ਹੁੰਦਾ। ਅਸੀਂ ਪਹਿਲੇ ਵੀ ਡਾਇਗਰਾਮ 'ਚ ਦੇਖ ਚੁੱਕੇ ਹਾਂ, ਹੈ ਨਾ, ਆਪਾਂ ਵੀਡੀਓਜ਼ ਦੇ ਵਿੱਚ ਵੀ ਜਿਹੜਾ ਦੇਖਿਆ ਸੀਗਾ ਕਿ ਕਿੰਕ ਜਿਹੜੀ ਹੈਗੀ ਆ ਪ੍ਰੈਜ਼ੈਂਟ ਹੁੰਦੀ ਆ ਕਲੀਨਿਕਲ ਥਰਮਾਮੀਟਰ ਦੇ ਵਿੱਚ। ਠੀਕ ਹੈ, ਸੋ ਕਿਉਂ ਹੁੰਦੀ ਆ ਉਹ ਕਿੰਕ? order to prevent mercury level from falling on its own due to its weight, ਤਾਂ ਕਿ ਜਿਹੜੀ ਪਾਰਾ ਹੈ ਉਸ ਦੇ ਵਿੱਚ ਉਹ ਹੇਠਾਂ ਨਾ ਡਿੱਗੇ, ਯਾਨੀ ਜਿਹੜੀ ਕਿੰਕ ਹੈ ਜਾਂ ਮੋੜ ਹੈ ਉਹ ਪਾਰੇ ਨੂੰ ਹੇਠਾਂ ਡਿੱਗਣ ਨਹੀਂ ਦਿੰਦਾ। ਇਸ ਬਾਰੇ ਆਪਾਂ ਵੀਡੀਓਜ਼ 'ਚ ਪਹਿਲੇ ਵੀ ਡਿਸਕਸ ਕੀਤਾ ਸੀਗਾ ਕਿ ਉਹ ਮੋੜ ਦੇ ਕਾਰਨ ਜਿਹੜਾ ਪਾਰਾ ਹੈ ਉੱਥੇ ਹੀ ਰੁਕ ਜਾਂਦਾ ਹੈ, ਨੀਚੇ ਨਹੀਂ ਆਉਂਦਾ। ਇਸ ਕਰਕੇ ਜਦੋਂ ਬਾਡੀ ਤੋਂ ਬਾਹਰ ਵੀ ਟੈਂਪਰੇਚਰ ਨੋਟ ਕਰਦੇ ਹਾਂ ਆਪਾਂ ਅਤੇ ਉਹ ਡਿੱਗਦਾ ਨਹੀਂ, ਉਸ ਨੂੰ ਆਪਾਂ ਪਾਰੇ ਨੂੰ ਹੇਠਾਂ ਕਰਨ ਲਈ ਸਾਨੂੰ ਝਟਕਾ ਦੇਣਾ ਪੈਂਦਾ ਹੈ ਥਰਮਾਮੀਟਰ ਨੂੰ, ਔਰ ਤਾਂ ਹੀ ਉਹ ਨੀਚੇ ਆਉਂਦਾ ਹੈ। ਜਦ ਕਿ ਜਿਹੜਾ ਲੈਬੋਰਟਰੀ ਥਰਮਾਮੀਟਰ ਹੈ ਉਹ ਜਿੱਦਾਂ ਹੀ ਬਾਡੀ ਦੇ ਟੱਚ ਤੋਂ ਬਾਹਰ ਹੁੰਦਾ ਹੈ ਅਤੇ ਪਾਰਾ ਫਟਾਫਟ ਨੀਚੇ ਡਿੱਗ ਜਾਂਦਾ ਹੈ, ਜਿਹਦੇ ਕਾਰਨ ਐਗਜ਼ੈਕਟ ਰੀਡਿੰਗ ਜਿਹੜੀ ਹੈ ਨੋਟ ਕੀਤੀ ਨਹੀਂ ਜਾ ਸਕਦੀ। ਆਪਾਂ ਪਿਛਲੇ ਪੁਆਇੰਟ 'ਚ ਇਹ ਕੀਤਾ ਸੀਗਾ ਕਿ ਜਿਹੜਾ ਲੈਬੋਰਟਰੀ ਥਰਮਾਮੀਟਰ ਹੈ ਉਹਦੇ ਵਿੱਚ ਵਸਤੂ ਦੇ ਨਾਲ ਥਰਮਾਮੀਟਰ ਦਾ ਸੰਪਰਕ ਜ਼ਰੂਰੀ ਹੈ। ਜਦ ਤੱਕ ਉਹ ਥਰਮਾਮੀਟਰ ਜਿਹੜਾ ਹੈ ਕੰਟੈਕਟ ਦੇ ਵਿੱਚ ਹੈ ਵਸਤੂ ਦੇ, ਤਦ ਤੱਕ ਉਹ ਟੈਂਪਰੇਚਰ ਦਾ ਹੌਟਨੈਸ ਦੱਸੇਗਾ, ਉਸ ਦੀ ਟੈਂਪਰੇਚਰ ਬਾਰੇ ਜਾਣਕਾਰੀ ਦੇਗਾ। ਅਗਰ ਉਸ ਨੂੰ ਉਸ ਦੇ ਟੱਚ ਤੋਂ ਬਾਹਰ ਕਰ ਦਿੱਤਾ ਜਾਏਗਾ ਅਤੇ ਉਹ ਫਿਰ ਪਾਰੇ ਦਾ ਲੈਵਲ ਜਿਹੜਾ ਹੈ ਡਿੱਗ ਜਾਏਗਾ, ਜਿਹਦੇ ਨਾਲ ਐਗਜ਼ੈਕਟ ਰੀਡਿੰਗ ਨਹੀਂ ਆਏਗੀ। ਸੋ ਬੱਚੇ, ਤੁਹਾਨੂੰ ਹੁਣ ਡਿਫਰੈਂਸਿਸ ਪਤਾ ਲੱਗ ਗਏ ਕਲੀਨਿਕਲ ਥਰਮਾਮੀਟਰ ਔਰ ਲੈਬੋਰਟਰੀ ਥਰਮਾਮੀਟਰ ਦੇ ਵਿੱਚ ਕੀ ਸੀਗੇ ਥਰਮਾਮੀਟਰ ਦੇ ਡਿਫਰੈਂਸ। ਪਹਿਲਾ ਦੇਖੋ ਲੌਂਗ ਹੈ ਲੈਬੋਰਟਰੀ ਥਰਮਾਮੀਟਰ, ਔਰ ਜਿਹੜਾ ਕਲੀਨਿਕਲ ਥਰਮਾਮੀਟਰ ਹੈ ਉਹ ਥੋੜਾ ब्रॉड है। और किंक देखो है एक नज़र आ रही है क्लिनिकल थर्मामीटर दे विच, और लैबोरेटरी थर्मामीटर विच किंक प्रेजेंट नहीं है। दोनों दे विच चाहे सैल्सीयस स्केल की वरतों की जा रही है, लेकिन रेंज जिहड़ी है दोनों दे विच डिफरेंस है। जिहड़ा क्लिनिकल थर्मामीटर है उसकी रेंज 35 तो लैके 42 डिग्री सैल्सीयस तक है, जबकि लैबोरेटरी थर्मामीटर की रेंज -10 तो लैके 110 डिग्री सैल्सीयस तक रेंज है। तो दोनों दे विच एक डिफरेंस होर आपां दस्सिया सीगा कि क्लिनिकल थर्मामीटर जिहड़ा है बॉडी के टच विच है चाहे नहीं है, यानी कि बॉडी के टैंपरेचर नूं बाद च भी दस सकदा है ਜਦੋਂ ਉਹਨੂੰ ਬਾਡੀ ਦੇ ਸੰਪਰਕ ਦੇ ਵਿੱਚ ਨਹੀਂ ਰੱਖਿਆ ਜਾਵੇ। ਲੇਕਿਨ ਕਲੀਨਿਕਲ ਜਿਹੜਾ ਲੈਬੋਰਟਰੀ ਥਰਮਾਮੀਟਰ ਹੈ ਉਹ ਸਿਰਫ ਉਦੋਂ ਤੱਕ ਹੀ ਟੈਂਪਰੇਚਰ ਬਾਡੀ ਦਾ ਦੇਗਾ ਜਦ ਤੱਕ ਉਹ ਬਾਡੀ ਦੇ ਸੰਪਰਕ ਦੇ ਵਿੱਚ ਹੈ, ਟੱਚ ਦੇ ਵਿੱਚ ਹੈ। ਅਗਰ ਉਸ ਨੂੰ ਉਸ ਆਬਜੈਕਟ ਦੇ ਟੱਚ ਤੋਂ ਬਾਹਰ ਕਰ ਦਿੱਤਾ ਜਾਵੇ ਤਾਂ ਉਹ ਪ੍ਰੋਪਰ ਰੀਡਿੰਗ ਨਹੀਂ ਦੇਵੇਗਾ। ਸੋ ਥੀਜ਼ ਆਰ ਦ ਡਿਫਰੈਂਸਿਸ ਐਂਡ ਸਿਮਿਲੈਰਿਟੀਜ਼ ਵੀ ਹੈਵ ਡਨ अर्ਲੀਅਰ। ਸਿਮਿਲੈਰਿਟੀਜ਼ ਕੀ ਸੀਗੀ? ਦੋਨਾਂ ਦਾ ਬਲਬ ਹੈ, ਦੋਨਾਂ ਦੇ ਬਲਬ ਦੇ ਵਿੱਚ ਪਾਰੇ ਦੀ ਵਰਤੋਂ ਕੀਤੀ ਜਾਂਦੀ ਹੈ, ਦੋਨਾਂ ਦੀ ਗਲਾਸ ਟਿਊਬਸ ਹੈ ਵਰਤੋਂ ਕੀਤੀ ਹੋਈ, ਠੀਕ ਹੈ, ਸ਼ੀਸ਼ੇ ਦੀ ਬਣੀ ਹੋਈ ਹੈ, ਦੋਨਾਂ ਦੇ ਵਿੱਚ ਕੈਪਿਲਰੀ ਟਿਊਬ ਹੈ, ਦੋਨਾਂ ਦੇ ਵਿੱਚ ਸੈਲਸੀਅਸ ਸਕੇਲ ਦੀ ਵਰਤੋਂ ਕੀਤੀ ਗਈ ਹੈ, ਅਤੇ ਦੋਨੋਂ ਹੀ ਟੈਂਪਰੇਚਰ ਮੈਜ਼ਰ ਕਰਨ ਲਈ ਯੂਜ਼ ਕੀਤੇ ਜਾਂਦੇ ਹਨ। ਬੱਚੇ, ਮੈਨੂੰ ਆਸ ਹੈ ਕਿ ਤੁਹਾਨੂੰ ਹੁਣ ਡਿਫਰੈਂਸਿਸ ਔਰ ਸਿਮਿਲੈਰਿਟੀਜ਼, ਸਟਰਕਚਰ ਆਫ ਥਰਮਾਮੀਟਰ, ਇਹਨਾਂ ਸਭ ਦੇ ਬਾਰੇ ਸਮਝ ਆ ਗਈ ਹੋਏਗੀ। ਇੱਕ ਲੀਸਟ ਕਾਊਂਟ ਜਿਹੜਾ ਆਪਾਂ ਪਹਿਲੇ ਕੀਤਾ ਉਹਦੇ ਬਾਰੇ ਥੋੜ੍ਹੀ ਜਿਹੀ ਹੋਰ ਅੰਡਰਸਟੈਂਡਿੰਗ ਕਲੀਅਰ ਕਰਨ ਲਈ ਦੇਖੋ, ਜੇ ਤੁਸੀਂ ਦੇਖ ਰਹੇ ਹੋ ਕਿ 35 ਤੋਂ 36 ਦੇ ਵਿੱਚ ਕਿੰਨੀਆਂ ਲਾਈਨਸ ਹੈ? 10 ਲਾਈਨਸ ਹੈ, ਅਤੇ ਆਪਾਂ ਲੀਸਟ ਕਾਊਂਟ ਕਿੰਨਾ ਕੱਢਿਆ ਸੀਗਾ? 0.1। ठीक है, अगर 10 लाइन्स है तो 0.1 का मतलब है कि एक जी छोटी लाइन है वो 0.1 के बराबर है। ठीक है, अगर जोड़ा पारा है उसका लैवल 35 तो एक लाइन उपर है तो रीडिंग कितनी हो जाएगी? 35.1। जे
35 ਤੋਂ 2 ਲਾਈਨ ਜਿਹੜੀਆਂ ਛੋਟੀਆਂ ਲਾਈਨਸ ਉੱਪਰ ਹੈ ਤੇ ਆ ਜਾਏਗੀ 35.2, 3 ਤੇ ਹੈ ਤੇ 35.3। ਯਾਨੀ ਇਸੇ ਤਰ੍ਹਾਂ ਜਿੰਨੀਆਂ ਲਾਈਨਸ ਹੈ ਛੋਟੀਆਂ ਲਾਈਨਸ, ਉੱਥੇ ਜਿੱਥੇ ਵੀ ਪਾਰਾ ਖੜਾ ਹੁੰਦਾ ਉਹ ਲਾਈਨਸ ਗਿਣ ਕੇ ਆਪਾਂ ਲੀਸਟ ਕਾਊਂਟ ਨਾਲ ਮਲਟੀਪਲਾਈ ਕਰਕੇ ਉਸ ਦੀ ਰੀਡਿੰਗ ਜਿਹੜੀ ਹੈ ਉਹ ਫਾਈਂਡ ਆਊਟ ਕਰ ਸਕਦੇ ਹਾਂ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਹੁਣ ਇਹ ਲੀਸਟ ਕਾਊਂਟ ਦੇ ਬਾਰੇ ਵੀ ਸਮਝ ਆ ਗਈ ਹੋਏਗੀ ਔਰ ਕਿੱਦਾਂ ਰੀਡਿੰਗ ਲੈਣੀ ਹੈ, ਕਦੋਂ ਰੀਡਿੰਗ ਲੈਣੀ ਹੈ, ਬਾਡੀ ਦੇ ਟੱਚ ਵਿੱਚ ਹੈ ਕਿ ਨਹੀਂ ਹੈ ਬਾਡੀ ਥਰਮਾਮੀਟਰ। ਤੇ ਅਸੀਂ ਅੱਛੀ ਤਰ੍ਹਾਂ ਹੁਣ ਇਸ ਕਾਬਿਲ ਹੋ ਗਏ ਹਾਂ ਕਿ ਆਪਾਂ ਪ੍ਰਯੋਗਸ਼ਾਲਾ ਥਰਮਾਮੀਟਰ ਦੀ ਵਰਤੋਂ ਵੀ ਕਰ ਸਕਦੇ ਹਾਂ ਤੇ ਕਲੀਨਿਕਲ ਥਰਮਾਮੀਟਰ ਜਿਹੜਾ ਡਾਕਟਰੀ ਥਰਮਾਮੀਟਰ ਹੈ ਉਸ ਦੀ ਵਰਤੋਂ ਵੀ ਹੁਣ ਕਰ ਸਕਦੇ ਹਾਂ। ਔਰ ਇਹ ਚੀਜ਼ਾਂ ਅਗਰ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਆਪਣੇ ਕਲਾਸ ਇੰਚਾਰਜ ਜਾਂ ਸਬਜੈਕਟ ਟੀਚਰਸ ਨਾਲ ਵੀ ਇਸ ਦੀ ਡਿਸਕਸ਼ਨ ਕਰ ਸਕਦੇ ਹੋ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਸਿੱਖਣ ਦੇ ਵਿੱਚ ਬਹੁਤ ਹੀ ਮਜ਼ਾ ਆਇਆ ਹੋਏਗਾ ਔਰ ਇਹ ਡੇਲੀ ਯੂਜ਼ 'ਚ ਵੀ ਤੁਹਾਡੇ ਯੂਜ਼ਫੁਲ ਹੈ। ਇਸ ਕਰਕੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਬੜੇ ਧਿਆਨ ਨਾਲ ਸੁਣਿਆ ਤੇ ਸਮਝਿਆ।